ਜਿਹੜੇ ਆ ਝਾੜੂ ਕਾਂਗਰਸ ਬਾਦਲ ਗਰੁੱਪ ਸਾਰਾ ਇਹ ਬਣੇ ਫਿਰਦੇ ਆ, ਇਹ ਸਾਡੀ ਮਾਨਸਿਕ ਨਸ਼ਲਕੁਸ਼ੀ ਵੀ ਕਰਾਉਂਦੇ ਆ। ਤੇ ਜਿਹੜਾ ਆ ਕੇ ਇਹਨਾਂ ਦੇ ਸਾਹਮਣੇ ਖੜਦਾ ਉਹਨੂੰ ਇਹ ਐਲੀਮੀਨੇਟ ਵੀ ਕਰਦੇ ਆ, ਬਰਬਾਦ ਵੀ ਕਰਦੇ ਆ। ਅੱਜ ਤੱਕ 3.5 ਲੱਖ ਮੁੰਡਾ ਪੰਜਾਬ ਦਾ ਅਸੀਂ ਕਦੇ ਉਹਨਾਂ ਦੀ ਹੱਕਾਂ ਦੀ ਗੱਲ ਹੀ ਨਹੀਂ ਕੀਤੀ। ਅਸੀਂ ਸ਼ਹੀਦ ਕਰਾ ਚੁੱਕੇ, ਪਰ ਕਿਸੇ ਨੇ ਸਾਨੂੰ ਨਿਆਂ ਨਹੀਂ ਦਿੱਤਾ। ਜੇ ਇਹਨਾਂ ਜਾਂ ਘਰ ਛੱਤੀ ਫਿਰਦੇ ਆ ਗੁਲਾਮੀ ਦੇ, ਜੇ ਇਸ ਕੰਫਰਟ ਜ਼ੋਨ ਚੋਂ ਆਪਾਂ ਬਾਹਰ ਨਾ ਨਿਕਲੇ ਨਾ, ਤੇ ਆਪਦੇ ਬੰਦਿਆਂ ਨੂੰ ਨਾ ਪਛਾਣਿਆ, ਆਪਦੇ ਆਗੂਆਂ ਨੂੰ, ਆਪਦੇ ਜਰਨੈਲਾਂ ਨੂੰ ਨਾ ਪਛਾਣਿਆ, ਤਾਂ ਫਿਰ ਬਾਹਲੀ ਦੇਰ ਨਹੀਂ ਟੇਕ ਸਕਦੇ ਹੋ। ਇਹ ਤਾਂ ਸਾਡੇ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹਨਾਂ ਨੇ ਕੋਈ ਜਾਇਦਾਦਾਂ ਬਣਾਈਆਂ? ਇਸ ਗੱਲ ਤੋਂ ਤਾਂ ਮੁਕਤ ਆ ਨਾ। ਇਹਨਾਂ ਨੇ ਕੋਈ ਸਮਝੌਤੇ ਕੀਤੇ ਆ ਲੁਕਵੇਂ ਰੂਪ ਚ ਜਾਂ ਖੁੱਲੇ ਰੂਪ ਚ? ਦੂਜਿਆਂ ਨੇ ਤਾਂ ਖੁੱਲੇ ਰੂਪ ਚ ਵੀ ਸਮਝੌਤੇ ਕਰਕੇ ਤੁਹਾਡੇ ਸਾਹਮਣੇ ਕਿੰਨੇ ਸਾਲ ਰਾਜ ਕਰਕੇ ਕੀ ਕਰਤਾ ਉਹਨਾਂ ਨੇ? ਜਦ ਇਹਨਾਂ ਨੂੰ ਆਪਾਂ ਮਾਈਨੋਰਿਟੀ ਕਹਿੰਦੇ ਆ, ਸਾਨੂੰ ਤਾਂ ਮਾਈਨੋਰਿਟੀ ਸਮਝਦੇ ਆ ਨਾ ਸਾਰੇ ਮੁਸਲਿਮ ਭਾਈਚਾਰੇ ਨੂੰ, ਸਿੱਖਾਂ ਨੂੰ। ਤੇ ਇੱਕ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ ਵੀ ਪੰਜਾਬ 'ਚ ਵਸਦੇ ਹਿੰਦੂ ਵੀ ਉਹਨਾਂ ਵਾਸਤੇ ਪੰਜਾਬੀ ਹੈ। ਜਦੋਂ ਪੰਜਾਬ ਤੇ ਜ਼ੁਲਮ ਹੋਊਗਾ ਜਾਂ ਪੰਜਾਬ ਤੇ ਚੜ ਕੇ ਆਉਣਗੇ, ਬਚਣਾ ਹਿੰਦੂ ਵੀ ਨਹੀਂ। ਸੋ ਸਾਨੂੰ ਜਿਹੜੀ ਇਹ ਕੌਮੀਅਤ ਹੈ ਇਹਨੂੰ ਸਮਝਣਾ ਪੈਣਾ। ਇਹ ਤੋਂ ਬਿਨਾਂ ਜੇ ਅਸੀਂ ਇਸ ਕੌਮੀਅਤ ਨੂੰ ਸਮਝੇ ਬਿਨਾਂ ਸਿਆਸਤ ਸਿਰਜ ਗਏ, ਉਹ ਫਿਰ ਚੱਲੂਗੀ ਦਿੱਲੀ ਤੋਂ, ਜਿਹੜੀ ਕਿ ਚੱਲ ਰਹੀ ਹੈ। ਜਿੰਨੀਆਂ ਪਾਰਟੀਆਂ, ਕੋਈ ਅਕਾਲੀ ਦਲ ਬਾਦਲ ਬਣਿਆ ਫਿਰੇ, ਕੋਈ ਕਾਂਗਰਸ ਬਣੀ ਫਿਰੇ, ਕੋਈ ਬੀਜੇਪੀ ਬਣੀ ਫਿਰੇ, ਕੋਈ ਆਪ ਆ ਜਿਹੜੀ ਝਾੜੂ ਵਾਲੀ ਪਾਰਟੀ ਆ ਇਹ ਬਣੀ ਫਿਰੇ, ਇਹ ਸਾਰੇ ਦਿੱਲੀ ਤੋਂ ਤੁਰਦੇ ਆ, ਕਿਉਂਕਿ ਅਸੀਂ ਆਪਦੀ ਸਿਆਸਤ ਸਿਰਜ ਹੀ ਨਹੀਂ ਸਕੇ। ਜਦੋਂ ਮਾਨ ਸਾਹਿਬ ਨੂੰ ਮੌਕਾ ਮਿਲਿਆ ਸੀ, ਆਪਾਂ ਖਾਸ ਕਰਕੇ ਉਹ ਗੱਲ ਕਰਦੇ ਹਾਂ, ਜਦੋਂ ਮਾਨ ਸਾਹਿਬ ਨੂੰ ਮੌਕਾ ਮਿਲਿਆ ਸੀ ਤੇ ਮਾਨ ਸਾਹਿਬ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਸਾਡੇ ਸਾਹਮਣੇ। ਇੱਕੋ ਇੱਕ ਸਾਡਾ ਲੀਡਰ ਜਿਹੜੇ ਸਾਡੇ ਹੱਕਾਂ ਦੀ ਗੱਲ ਕਰਦਾ ਵੀ ਵੇਖੋ ਜੀ ਇਹ ਤਾਂ ਕਿਰਪਾਨ ਦੇ ਮਸਲੇ ਤੇ ਅੜ ਗਏ ਤੇ ਸਾਡੀ ਨੁਮਾਇੰਦਗੀ ਨਹੀਂ ਕੀਤੀ ਇਹਨਾਂ ਨੇ ਪਾਰਲੀਮੈਂਟ 'ਚ ਜਾ ਕੇ। ਇਸ ਗੱਲ ਨੂੰ ਸਮਝਣ ਵਾਸਤੇ ਇਹ ਬਾਰ-ਬਾਰ ਗੱਲ ਉੱਠਦੀ ਆ, ਬਾਰ-ਬਾਰ ਇਹਦਾ ਜਵਾਬ ਦੇਣਾ ਪੈਂਦਾ, ਪਰ ਇਹਦਾ ਜਵਾਬ ਹੁਣ ਆਪਾਂ ਇੱਕ ਕਲੈਕਟਿਵ ਰੂਪ 'ਚ ਦਈਏ, ਸਾਰੇ ਸਮੂਹਕ ਰੂਪ 'ਚ ਇਹਦਾ ਜਵਾਬ ਦਈਏ। ਕੌਮ ਸੰਘਰਸ਼ ਕਰ ਰਹੀ ਸੀ ਆਪਦੀ ਸੋਵਰੇਨਟੀ ਦਾ, ਆਪਦੀ ਕੌਮੀਅਤ ਦਾ, ਆਪਦੀ ਪਛਾਣ ਦਾ, ਤੇ ਤੁਹਾਡਾ ਲੀਡਰ ਜਦੋਂ ਦਿੱਲੀ ਪਾਰਲੀਮੈਂਟ 'ਚ ਜਾਂਦਾ ਤੇ ਦਿੱਲੀ ਵਾਲੇ ਹੁਕਮਰਾਨ ਜਿਹੜੇ ਕਹਿੰਦੇ ਆ ਵੀ ਆਹ ਤੁਸੀਂ ਸ਼੍ਰੀ ਸਾਹਿਬ ਛੱਡ ਕੇ ਪਾਰਲੀਮੈਂਟ 'ਚ ਵੜ ਜਾਓ, ਹੁਣ ਕੌਮ ਦਾ ਲੀਡਰ ਆਪਦੀ ਪਛਾਣ ਪਿੱਛੇ ਰੱਖ ਕੇ ਪਾਰਲੀਮੈਂਟ 'ਚ ਵੜ ਜਾਓ, ਫਿਰ ਸਾਰਾ ਸੰਘਰਸ਼ ਖੂਹ ਖਾਤੇ ਪੈ ਗਿਆ, ਸਾਰੀਆਂ ਸ਼ਹਾਦਤਾਂ ਖੂਹ ਖਾਤੇ ਪੈ ਗਈਆਂ। ਸੰਤਾਂ ਦੀ ਸ਼ਹਾਦਤ ਅਕਾਲ ਤਖਤ ਸਾਹਿਬ ਤੋਂ ਦਿੱਤੀ ਹੋਈ ਖੂਹ ਖਾਤੇ ਪੈ ਗਈ, ਉਹ ਕੋਈ ਖਾਤੇ 'ਚ ਨਹੀਂ ਰਹੀ। ਹੁਣ ਜਿਹੜੀ ਪਛਾਣ ਸ਼੍ਰੀ ਸਾਹਿਬ ਸਾਨੂੰ 10ਵੇਂ ਪਾਤਸ਼ਾਹ ਨੇ ਦਿੱਤੀ ਹੋਈ ਹੈ, ਕਿਸੇ ਦਿੱਲੀ ਵਾਲਿਆਂ ਦੀ ਕੀ ਜ਼ਰੂਰਤ ਆ ਵੀ 10ਵੇਂ ਪਾਤਸ਼ਾਹ ਦੀ ਦਿੱਤੀ ਹੋਈ ਪਛਾਣ ਸਾਡੇ ਤੋਂ ਖੋਹ ਕੇ ਕਹਿਣ ਵੀ ਤੁਸੀਂ ਪਾਰਲੀਮੈਂਟ 'ਚ ਵੜ ਜਾਓ। ਉਹਨਾਂ ਦਾ ਕੋਈ ਹੱਕ ਨਹੀਂ ਸੀ ਇਸ ਪਛਾਣ 'ਚ ਸਾਨੂੰ ਪਛਾਣ ਕਰਨ ਖਾਤਰ। ਸੋ ਮਾਨ ਸਾਹਿਬ ਨੇ ਇਸ ਗੱਲ ਤੇ, ਕਿਉਂਕਿ ਪਾਤਸ਼ਾਹੀ ਦਾਵਾ ਤੇ ਸੋਵਰੇਨਟੀ ਵੀ 10ਵੇਂ ਪਾਤਸ਼ਾਹ ਨੇ ਦਿੱਤੀ ਹੈ, ਗੱਲ ਸੋਵਰੇਨਟੀ ਦੀ ਸੀ, ਗੱਲ ਖੁਦਮੁਖਤਿਆਰੀ ਦੀ ਸੀ, ਗੱਲ ਤੁਹਾਡੀ ਪਛਾਣ ਦੀ ਸੀ। ਸੋ ਜਿਹੜੀ ਗੱਲ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ, ਇਸ ਗੱਲ ਨੂੰ ਉਲਟਾ ਹੀ ਮੁੱਦਾ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਤਾ। ਇੱਕੋ ਇੱਕ ਲੀਡਰ ਜਿਹੜਾ 40 ਸਾਲਾਂ ਤੋਂ ਸਾਡੇ ਲਈ ਸੰਘਰਸ਼ ਕਰ ਰਿਹਾ, ਕਦੇ ਲੁਕਵੇਂ ਰੂਪ 'ਚ ਜਾਂ ਖੁੱਲੇ ਰੂਪ 'ਚ ਨਾ ਕਿਸੇ ਕਾਂਗਰਸ ਨਾਲ, ਨਾ ਕਿਸੇ ਬੀਜੇਪੀ ਨਾਲ, ਨਾ ਕਿਸੇ ਝਾੜੂ ਨਾਲ ਤੁਰੇ ਆ ਜਾਂ ਕੋਈ ਹੋਰ ਪਾਰਟੀ ਲਾ ਲਓ, ਸਿਰਫ ਕੌਮ ਦੇ ਹੱਕ 'ਚ ਖੜਦੇ ਰਹੇ। ਇੱਕੋ ਇੱਕ ਲੀਡਰ ਜਿਹਨੇ ਆਪਦੀਆਂ ਕੋਈ ਜਾਇਦਾਦਾਂ, ਕੋਈ ਵੱਡੇ ਹੋਟਲ ਨਹੀਂ ਬਣਾਏ। ਇਹ ਦੋਸਤੋਂ ਤਾਂ ਮੁਕਤ ਆ ਨਾ। ਫਿਰ ਜਿਹੜੇ ਵਿਰੋਧੀ ਆ ਉਹ ਕੀ ਪ੍ਰਚਾਰਦੇ ਆ ਵੀ ਇਹਨਾਂ ਨੇ ਜਾ ਕੇ ਕੀ ਕਰ ਲਿਆ। YouTube ਤੇ ਮਾਨ ਸਾਹਿਬ ਦੀਆਂ ਸਪੀਚਸ ਪਈਆਂ, ਸਾਰੀਆਂ ਪਾਰਲੀਮੈਂਟ 'ਚ ਦਿੱਤੀਆਂ ਹੋਈਆਂ। ਕੌਮ ਦਾ ਦਰਦ ਕਿਵੇਂ ਜਾ ਕੇ ਰੱਖਿਆ, ਉਹ ਢੁਕਵੇਂ ਲਫ਼ਜ਼ ਜਿਹੜੇ ਉੱਥੇ ਵਰਤੇ ਗਏ ਆ, ਕੌਮ ਨੂੰ ਉੱਥੇ ਰਿਪਰੈਜ਼ੈਂਟ ਕਿਵੇਂ ਕੀਤਾ ਜਾ ਕੇ। ਪਹਿਲੀ ਸਪੀਚ ਮਾਨ ਸਾਹਿਬ ਦੀ ਪਾਰਲੀਮੈਂਟ 'ਚ ਸੁਣਨੀ ਹੋਗਾ, ਤੁਸੀਂ ਸੁਣਿਓ। ਹੁਣ ਜਿਹੜੇ ਵਿਰੋਧੀ ਆ ਉਹ ਗੱਲ ਕੀ ਕਰਦੇ ਆ ਵੀ ਮਾਨ ਸਾਹਿਬ ਨੇ ਕੀ ਕਰ ਲਿਆ।
ਇਹ ਨਹੀਂ ਕਹਿਣਗੇ ਵੀ ਕਿਹਾ ਕੀ ਜਾ ਕੇ ਤੁਹਾਨੂੰ ਰਿਪਰੈਜ਼ੈਂਟ ਕਿਵੇਂ ਕੀਤਾ। ਆਪਾਂ ਇਹੀ ਗੱਲ ਉਹਨਾਂ ਤੋਂ ਪੁੱਛਦੇ ਆ ਵੀ ਤੁਸੀਂ ਪਾਰਲੀਮੈਂਟ 'ਚ ਜਾ ਕੇ ਕੀ ਕਰ ਲਿਆ। ਫਿਰ ਤਾਂ ਸਰਦਾਰ ਕਪੂਰ ਸਿੰਘ ਨੇ ਪਾਰਲੀਮੈਂਟ 'ਚ ਜਾ ਕੇ ਕੀ ਕਰ ਲਿਆ ਸੀ। ਜੇ ਤੁਹਾਨੂੰ ਪਤਾ, ਸਾਡੇ ਇੱਕ ਬਹੁਤ ਮਹਾਨ ਬੁੱਧੀਜੀਵੀ ਸਰਦਾਰ ਕਪੂਰ ਸਿੰਘ ਇੰਟੈਲੈਕਚੁਅਲ ਹੋਏ ਆ, ਉਹ ਵੀ ਮੈਂਬਰ ਆਫ ਪਾਰਲੀਮੈਂਟ ਬਣੇ, ਪਾਰਲੀਮੈਂਟ 'ਚ ਗਏ, ਉਹਨਾਂ ਨੇ ਵੀ ਉਹੀ ਗੱਲਾਂ ਪੇਸ਼ ਕੀਤੀਆਂ। ਕੌਮ ਦਾ ਦਰਦ ਰੱਖਿਆ ਜਾ ਕੇ ਉੱਥੇ, ਕਿਹਨਾਂ ਹਾਲਾਤਾਂ 'ਚ ਕੌਮ ਲੰਘ ਰਹੀ ਹੈ, ਇਹ ਜਾ ਕੇ ਗੱਲ ਪਾਰਲੀਮੈਂਟ 'ਚ ਰੱਖੀ। ਹੁਣ ਇੱਕ ਜਿਹੜਾ ਸਿਸਟਮ ਆ ਉਹ ਮੈਜੋਰਿਟੇਰੀਅਨ ਸਿਸਟਮ ਆ। ਸਾਡੀ ਤਾਂ ਸਿਆਸਤ ਉੱਥੇ ਮੈਟਰ ਹੀ ਨਹੀਂ ਨਾ ਕਰਦੀ। ਮੈਜੋਰਿਟੀ ਜਿਹੜੀ ਬਹੁਤ ਗਿਣਤੀ ਆ, ਉਹਨਾਂ ਦੇ 300-400 ਉੱਤੇ MP ਬੈਠੇ ਹੁੰਦੇ ਆ। ਅਸੀਂ ਤਾਂ ਇੱਕ ਨੂੰ ਵੀ ਨਹੀਂ ਜਿਤਾ ਕੇ ਭੇਜਦੇ, ਕਿਉਂਕਿ ਅਸੀਂ ਵੀ ਜਿਹੜੀ ਸਿਆਸਤ ਦਿੱਲੀ ਤੋਂ ਸਿਰਜੀ ਜਾਂਦੀ ਆ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ, ਆਪਦੇ ਬੰਦਿਆਂ ਨੂੰ ਕਦੇ ਮੂਹਰੇ ਨਹੀਂ ਲੈ ਕੇ ਆਉਂਦੇ। ਸੋ ਕਰ ਕੀ ਲਿਆ ਇਹ ਇੰਪੋਰਟੈਂਟ ਨਹੀਂ ਆ। ਕੌਮ ਨੂੰ ਪੇਸ਼ ਕਿਵੇਂ ਕੀਤਾ, ਕੌਮ ਦੇ ਦਰਦ ਨੂੰ ਕਿਵੇਂ ਪੇਸ਼ ਕੀਤਾ ਦੁਨੀਆ ਦੇ ਸਾਹਮਣੇ, ਕਿਵੇਂ ਐਮਬੈਸੀਆਂ 'ਚ ਜਾ ਕੇ ਕੌਮ ਦਾ ਦਰਦ, ਕੌਮ ਦੀ ਨੁਮਾਇੰਦਗੀ ਕੀਤੀ ਆ। ਵੱਖ-ਵੱਖ ਦੇਸ਼ਾਂ ਦੀਆਂ ਐਮਬੈਸੀਆਂ 'ਚ ਉਹਨਾਂ ਦੇ ਐਮਬੈਸਡਰਸ ਨੂੰ ਮਿਲੇ ਆ, ਕਿਵੇਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕੌਮ ਦਾ ਦਰਦ, ਘੱਟ ਗਿਣਤੀਆਂ ਦਾ ਦਰਦ ਰੱਖਿਆ ਜਾ ਕੇ। ਬਹੁਤ ਇੰਪੋਰਟੈਂਟ ਲਾਈਨ ਆ ਲਾਸਟ ਪੈਰੇ ਦੀ, ਆਰਮੀ, 에ਅਰ ਫੋਰਸ ਐਂਡ ਨੇਵਲ ਹੈਡਕੁਆਰਟਰਸ ਮਸਟ ਸਾਊਂਡ journal alert and mobilize troops for immediate rescue and safety operations for Kashmiri and minorities. ਆਰਮੀ, 에ਅਰ ਫੋਰਸ ਤੇ ਨੇਵੀ ਨੂੰ ਇਹ ਕਿਹਾ ਜਰਨਲ ਅਲਰਟ ਲਾਓ ਤੁਸੀਂ, ਇੱਥੇ ਸਿੱਖਾਂ ਦੀ ਤੇ ਇੱਥੇ ਮੁਸਲਮਾਨਾਂ ਦਾ ਜੋ ਉਹਨਾਂ ਤੇ ਜ਼ੁਲਮ ਹੋ ਰਿਹਾ ਉਹ ਅਲਰਟ ਤੋਂ ਬਿਨਾਂ ਲੋਟ ਨਹੀਂ ਹੋਣਾ। ਇਹ ਸਾਡੀ ਜੈਨੋਸਾਈਡ ਕਰਨ ਤੇ ਤੁਲੇ ਹੋਏ ਆ, ਸਾਡੀ ਨਸਲਕੁਸ਼ੀ ਹੋ ਰਹੀ ਆ, ਸਾਡੀ ਮਾਨਸਿਕ ਨਸਲਕੁਸ਼ੀ ਵੀ ਹੋ ਰਹੀ ਆ ਤੇ ਸਾਡੀ ਸਰੀਰਕ ਨਸਲਕੁਸ਼ੀ ਵੀ ਹੋ ਰਹੀ ਆ। ਤੇ ਜਿਹੜੇ ਆ ਝਾੜੂ, ਕਾਂਗਰਸ, ਬਾਦਲ ਗਰੁੱਪ ਸਾਰਾ ਇਹ ਬਣੇ ਫਿਰਦੇ ਆ, ਇਹ ਸਾਡੀ ਮਾਨਸਿਕ ਨਸਲਕੁਸ਼ੀ ਵੀ ਕਰਾਉਂਦੇ ਆ। ਤੇ ਜਿਹੜਾ ਅੜ ਕੇ ਇਹਨਾਂ ਦੇ ਸਾਹਮਣੇ ਖੜਦਾ ਉਹਨੂੰ ਇਹ ਐਲੀਮੀਨੇਟ ਵੀ ਕਰਦੇ ਆ, ਮਰਵਾ ਵੀ ਦਿੰਦੇ ਆ। ਅੱਜ ਤੱਕ 3.5 ਲੱਖ ਮੁੰਡਾ ਪੰਜਾਬ ਦਾ ਅਸੀਂ ਕਿਉਂ, ਅਸੀਂ ਕਦੇ ਉਹਨਾਂ ਦੀ ਹੱਕਾਂ ਦੀ ਗੱਲ ਹੀ ਨਹੀਂ ਕੀਤੀ। ਅਸੀਂ ਸ਼ਹੀਦ ਕਰਾ ਚੁੱਕੇ, ਪਰ ਕਿਸੇ ਨੇ ਸਾਨੂੰ ਨਿਆਂ ਨਹੀਂ ਦਿੱਤਾ। ਕਿਉਂ? ਅਸੀਂ ਆਪਣੀ ਸਿਆਸਤ ਨਹੀਂ ਸਿਰਜ ਸਕੇ। ਤੇ ਕੁਝ ਲੀਡਰ, ਇੱਕੋ ਇੱਕ ਲੀਡਰ ਜਿਹੜਾ ਸਾਡੇ ਕੋਲ ਆਪਣੀ ਸਿਆਸਤ ਸਿਰਜਣ ਵਾਸਤੇ, ਇਹ ਕਹਿ ਲਓ ਅੱਜ ਦਾ ਬਾਬਾ ਬੋਰਡ ਆਏ ਸਾਡਾ, ਉਹ ਇੱਥੇ ਸਾਡੇ ਸਾਹਮਣੇ MLA ਦੀਆਂ ਵੋਟਾਂ ਮੰਗੀ ਜਾਂਦਾ। ਇਹ ਤੋਂ ਵੱਡੀ ਤਰਾਸਦੀ ਕੀ ਹੋਊਗੀ? ਇਹ ਤਾਂ ਸਾਡੇ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹਨਾਂ ਨੇ ਕੋਈ ਜਾਇਦਾਦਾਂ ਬਣਾਈਆਂ? ਇਸ ਗੱਲ ਤੋਂ ਤਾਂ ਮੁਕਤ ਆ ਨਾ। ਇਹਨਾਂ ਨੇ ਕੋਈ ਸਮਝੌਤੇ ਕੀਤੇ ਆ ਲੁਕਵੇਂ ਰੂਪ 'ਚ ਜਾਂ ਖੁੱਲੇ ਰੂਪ 'ਚ? ਦੂਜਿਆਂ ਨੇ ਤਾਂ ਖੁੱਲੇ ਰੂਪ 'ਚ ਵੀ ਸਮਝੌਤੇ ਕਰਕੇ ਤੁਹਾਡੇ ਸਾਹਮਣੇ ਕਿੰਨੇ ਸਾਲ ਰਾਜ ਕਰਕੇ ਕੀ ਕਰਤਾ ਉਹਨਾਂ ਨੇ? ਸਾਡਾ ਕੋਈ ਸਵਾਰਿਆ? ਉਦੋਂ ਵੱਧ ਜਿਹੜੀ ਸਿਚੁਏਸ਼ਨ ਅੱਜ ਦੀ ਡੇਟ 'ਚ ਕੰਪਲੈਕਸ ਹੋਈ ਪਈ ਆ ਤੇ ਉਹਦੇ 'ਚ ਆਪਾਂ ਗੁਜ਼ਰ ਰਹੇ ਹਾਂ। ਸੋ ਜੇ ਇੱਕ ਸਾਡਾ ਆਪਦਾ ਆਗੂ, ਆਪਦਾ ਜਰਨੈਲ ਅਸੀਂ ਇਸ ਕਦਰ ਇੱਥੋਂ ਤੱਕ ਲੈ ਆਏ ਵੀ MLA ਦੀਆਂ ਵੋਟਾਂ ਖਾਤਰ ਉਹ ਸਾਡੇ 'ਚ ਤੁਰਿਆ ਫਿਰਦਾ, ਇਹਦਾ ਮੈਂ ਪੰਥ ਨੂੰ ਪੁੱਛਦਾ, ਕੌਮ ਨੂੰ ਪੁੱਛਦਾ, ਇਹਦਾ ਤੁਹਾਡੇ ਤੇ ਸਵਾਲ ਖੜਾ ਹੁੰਦਾ। ਫਿਰ ਜਾਇਦਾਦਾਂ ਇਹਨਾਂ ਨੇ ਤਾਂ ਨਹੀਂ ਬਣਾਈਆਂ, ਪਰ ਕੌਮ ਨੇ ਤਾਂ ਜਾਇਦਾਦਾਂ ਬਣਾਈਆਂ ਨਾ, ਫਿਰ ਸਵਾਲ ਤਾਂ ਤੁਹਾਡੇ ਤੇ ਖੜਾ ਹੁੰਦਾ। ਲੜਾਈ ਤਾਂ ਹੁਣ ਕਿਸਾਨੀ ਸੰਘਰਸ਼ 'ਚ ਵੀ ਇਹੀ ਆਪਾਂ ਗੱਲ ਕੀਤੀ, ਹੋਂਦ ਦੀ ਹੈ। ਲੜਾਈ ਤਾਂ ਸਾਡੇ ਘਰਾਂ 'ਚ ਵੜ ਗਈ, ਲੜਾਈ ਤਾਂ ਲਕੀਰ ਖਿੱਚ ਕੇ ਤੁਰਨ ਵਾਲੀ ਆ। ਤੇ ਜੇ ਅਸੀਂ ਲਕੀਰ ਖਿੱਚ ਕੇ ਨਾ ਤੁਰੇ, ਹਜੇ ਵੀ ਆਪਦੇ ਛੋਟੀਆਂ ਫਾਇਦਿਆਂ ਖਾਤਰ ਵੀ ਚਲੋ ਆ ਤਹਿਸੀਲ 'ਚ ਸਾਡਾ ਕੰਮ ਹੋ ਜੇ, ਆ ਥਾਣੇ 'ਚ ਫਲਾਣਾ ਸਾਡਾ ਕੰਮ ਹੋ ਜੇ, ਫਲਾਣੇ ਨਾਲ ਤੁਰਨਾ ਪਊ, ਉਹਨੇ ਜਿੱਤਣਾ। ਇਹ ਜਿੱਤ ਹਾਰ, ਇਹ ਜਿਹੜੇ ਗੁਲਾਮੀ ਦੇ ਮਹਿਲ ਛੱਤੀ ਫਿਰਦੇ ਆ ਨਾ ਅਸੀਂ, ਜੇ ਇਹਨਾਂ ਜਾਂ ਘਰ ਛੱਤੀ ਫਿਰਦੇ ਆ ਗੁਲਾਮੀ ਦੇ, ਜੇ ਇਸ ਕੰਫਰਟ ਜ਼ੋਨ 'ਚੋਂ ਆਪਾਂ ਬਾਹਰ ਨਾ ਨਿਕਲੇ ਨਾ, ਤੇ ਆਪਦੇ ਬੰਦਿਆਂ ਨੂੰ ਨਾ ਪਛਾਣਿਆ, ਆਪਦੇ ਆਗੂਆਂ ਨੂੰ, ਆਪਦੇ ਜਰਨੈਲਾਂ ਨੂੰ ਨਾ ਪਛਾਣਿਆ, ਤਾਂ ਫਿਰ ਬਾਹਲੀ ਦੇਰ ਨਹੀਂ ਟਿਕ ਸਕਦੇ। ਹੁਣ ਬੜਾ ਆਖਰੀ ਆ। ਅੱਜ ਮਾਨ ਸਾਹਿਬ ਦੀ ਇਹ ਸੀਟ ਜਿੱਤਣੀ ਸਾਡੇ ਲਈ ਵਕਾਰ ਦਾ ਸਵਾਲ ਖੜਾ ਕਰਦੀ ਆ। ਮਾਨ ਸਾਹਿਬ ਨਹੀਂ ਹਾਰਦੇ, ਚਾਹੇ ਹਾਰ ਜਾਣ ਫੇਰ ਵੀ ਨਹੀਂ ਹਾਰਦੇ, ਜਿੱਤ ਜਾਣ ਫੇਰ ਵੀ ਉੱਥੇ ਹੀ ਆ। ਉਹਦਾ ਦੋਨੇ ਪਾਸੇ ਆਨੰਦ ਸਾਹਿਬ ਦਾ ਪਾਠ ਹੀ ਪੜ੍ਹ ਕੇ ਜਾਣਗੇ, ਕਿਉਂਕਿ ਗੁਰੂ ਨੇ ਸਿਖਾਇਆ ਹੀ ਚੜ੍ਹਦੀ ਕਲਾ ਦੇ ਹੌਸਲੇ 'ਚ ਰਹਿਣਾ। ਹਾਰਾਂਗੇ ਆਪਾਂ। ਸੋ ਅੱਜ ਹੋ ਸਕਦਾ ਇੱਕ ਸੀਟ ਜਿੱਤ ਗਏ ਕਿ 2 ਜਿੱਤ ਗਏ ਕਿ 5 ਸੀਟਾਂ ਜਿੱਤ ਗਏ। ਜਿੱਥੇ ਅਕਾਲੀ ਦਲ ਅੰਮ੍ਰਿਤਸਰ ਦੇ
ਸਾਡੇ ਨੁਮਾਇੰਦਗੇ ਜਾਂ ਆਪਾਂ ਜਿਹੜੇ ਨੁਮਾਇੰਦੇ ਖੜੇ ਕੀਤੇ ਆ। ਪਰ ਅੱਜ ਦੀ ਇੱਕ ਸੀਟ ਜਿੱਤੀ ਅਗਲੀਆਂ ਚੋਣਾਂ 'ਚ ਸਾਡੇ ਬਹੁਤ ਵੱਡੇ ਪੈਰ ਲਾ ਜੂਗੀ, ਸਾਡੀ ਆਪ ਦੀ ਸਿਆਸਤ ਸਿਰਜ ਜੂਗੀ। ਸੋ ਇਹ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਆ। ਆਪਦੀ ਜ਼ਮੀਰ ਨੂੰ ਮਾੜਾ ਮੋੜਾ ਹਲੂਣਾ ਦਿਓ, ਹਿਲਾਓ, ਕਿਉਂਕਿ ਜੇ ਕਿਸਾਨੀ ਸੰਘਰਸ਼ 'ਚ ਜਿਵੇਂ ਆਪਾਂ ਗਏ ਸੀ ਉੱਥੇ ਵੀ ਗੱਲ ਹਮੇਸ਼ਾ ਮੈਂ ਹਰ ਥਾਂ ਤੇ ਜਾ ਕੇ ਇਹ ਕਰਦਾ, ਫਸਲਾਂ ਦੀ ਨਹੀਂ ਸੀ, ਨਸਲਾਂ ਦੀ ਗੱਲ ਸੀ। ਉੱਥੇ ਲੜਾਈ ਜ਼ਮੀਰ ਦੀ ਨਹੀਂ ਸੀ, ਜ਼ਮੀਰਾਂ ਦੀ ਸੀ। ਤੇ ਜ਼ਮੀਨਾਂ ਵੀ ਪੰਥ ਨੇ ਬਖਸ਼ੀਆਂ, ਇਹ ਪੰਥ ਨੇ ਦਿੱਤੀਆਂ। ਤੇ ਫਿਰ ਪੰਥ ਲਈ ਖੜੇ ਹੋ, ਆਪਦੇ ਇਹਨਾਂ ਜਾਇਦਾਦਾਂ ਤੋਂ, ਆਪਦੀਆਂ ਕੋਠੀਆਂ ਤੋਂ, ਆਪਦੇ ਜਿਹੜਾ ਆ ਪੈਸੇ ਪੂਸੇ ਇਕੱਠੇ ਕਰਨ ਵਾਲੇ ਪਾਸਿਓਂ ਥੋੜਾ ਜਿਹਾ ਆਪਾਂ ਵਿਹਲੇ ਹੋ ਕੇ ਇਹ ਸੋਚੀਏ ਵੀ ਸਾਡੀ ਨੁਮਾਇੰਦਗੀ ਚਾਹੀਦੀ ਆ ਹੁਣ ਸਾਨੂੰ। ਸੋ ਇਹ ਵਕਾਰ ਦਾ ਵਿਸ਼ਾ ਬਣ ਗਈ ਹੈ ਗੱਲ। ਮੈਂ ਜਮਾਂ ਦਿਲੋਂ ਗੱਲ ਕਰ ਰਿਹਾ। ਇਹ ਰਹਿਣਾ ਮੈਂ ਵੀ ਕਿਤੇ ਹੋਰ ਆ, ਮੇਰੀ ਇੱਥੇ ਵੋਟ ਵੀ ਨਹੀਂ ਹੋਣੀ ਇਸ ਹਲਕੇ 'ਚ, ਪਰ ਆਪਾਂ ਪੰਜਾਬ ਤੋਂ ਤਾਂ ਨਹੀਂ ਪਾਸੇ ਹੋ ਸਕਦੇ। ਸਾਡੇ ਅੰਦਰੋਂ ਪੰਜਾਬ ਦੀ ਮਿੱਟੀ, ਸਾਡੇ ਲੋਕ ਤਾਂ ਨਹੀਂ ਨਿਕਲ ਸਕਦੇ। ਸੋ ਇਸ ਕਰਕੇ ਤੁਸੀਂ ਤਾਂ ਇੱਥੇ ਰਹਿੰਦੇ ਹੋ, ਇਹ ਜ਼ਿੰਮੇਵਾਰੀ ਆਪਦੇ ਮੋਢਿਆਂ ਤੇ ਚੱਕੋ। ਆਪਾਂ ਇਹਨੂੰ ਇੱਕ ਹਵਾ ਨੂੰ ਹੀ ਪਲਟ ਦਈਏ, ਵਨ ਸਾਈਡਡ ਜਿਤਾ ਕੇ ਭੇਜੀਏ। ਇੱਕ ਸੀਟ ਆਹ ਕੱਢੀ, ਸਾਡੀ ਸਿਆਸਤ ਸਿਰਜ ਜੂਗੀ। ਇਹ ਮੇਰੇ ਲਫ਼ਜ਼ ਯਾਦ ਰੱਖਿਓ। ਇੰਨੀਆਂ ਕਿ ਗੱਲਾਂ ਆਪਾਂ ਕਰਨੀਆਂ ਸੀ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ, ਪਰ ਮੈਂ ਇਹ ਜ਼ਰੂਰ ਵਾਅਦਾ ਲੈ ਕੇ ਜਾਊਂਗਾ ਵੀ ਆਪਦੀ ਜ਼ਮੀਰ ਦੀ ਆਵਾਜ਼ ਸੁਣੋਗੇ। ਗੱਲ ਵੋਟਾਂ ਦੀ ਨਹੀਂ ਹੈ, ਗੱਲ MLA ਜਾਂ ਕੋਈ MP ਬਣਨ ਦੀ ਹੈ ਹੀ ਨਹੀਂ। ਇਹ ਮੈਨੇ ਨਹੀਂ ਰੱਖਦੀ ਗੱਲ ਇਹ ਆ ਵੀ ਸਾਡੀ ਗੱਲ ਕਰਨ ਵਾਲਾ ਸਾਨੂੰ ਕੋਈ ਜਰਨੈਲ ਚਾਹੀਦਾ, ਸਾਨੂੰ ਆਗੂ ਚਾਹੀਦਾ। ਸੋ ਇੰਨੀਆਂ ਗੱਲਾਂ ਤੇ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਜੀ, ਜੇ ਕੋਈ ਵੱਧ ਘੱਟ ਗੱਲ ਹੋ ਗਈ ਹੋਵੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ।